ਅੱਜ ਅਸੀਂ ਸਵਰਗ ਜਾਣ ਦਾ ਰਾਹ ਉਪਦੇਸ਼ ਸਿਰਲੇਖ ਹੇਠ ਪਰਮੇਸ਼ਵਰ ਦੇ ਵਚਨਾਂ ਦਾ ਅਧਿਐਨ ਕਰਨ ਜਾ ਰਹੇ ਹਾਂ ਅਤੇ ਬਾਈਬਲ ਦੇ ਜ਼ਰੀਏ ਸਿੱਖਦੇ ਹਾਂ ਕਿ ਪਰਮੇਸ਼ਵਰ ਦੇ ਵਚਨਾਂ ਨੂੰ ਮੰਨਣਾ ਅਤੇ ਪਰਮੇਸ਼ਵਰ ਦੇ ਵਚਨਾਂ ਪ੍ਰਤੀ ਆਗਿਆਕਾਰੀਤਾ ਵਿੱਚ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਕੋਲ ਆਉਣਾ ਸਵਰਗ ਜਾਣ ਦਾ ਰਾਹ ਹੈ। 2019 ਦੇ ਅੰਤ ਵਿੱਚ ਦੁਨੀਆ ਦੇ ਸਾਰੇ ਲੋਕਾਂ ਉੱਤੇ ਇੱਕ ਬੇਮਿਸਾਲ ਮਹਾਮਾਰੀ ਆਈ। ਕੋਵਿਡ-19 ਨਾਮ ਦੀ ਇੱਕ ਅਣਸੁਣੀ ਬਿਮਾਰੀ ਨੇ ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਨਿਰਾਸ਼ਾ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ। ਕੁਝ ਲੋਕਾਂ ਨੇ ਗਲਤੀ ਨਾਲ ਸੋਚਿਆ ਕਿ ਇਹ 2-3 ਹਫ਼ਤਿਆਂ ਬਾਅਦ ਚਲੀ ਜਾਵੇਗੀ, ਪਰ ਇਹ ਪੂਰੀ ਦੁਨੀਆ ਵਿੱਚ ਫੈਲ ਗਈ ਅਤੇ ਇਸ ਵੇਲੇ 200 ਤੋਂ ਜ਼ਿਆਦਾ ਦੇਸ਼ ਕੋਵਿਡ-19 ਨਾਲ ਪ੍ਰਭਾਵਿਤ ਹਨ। ਜਦੋਂ ਵੀ ਇਸ ਤਰ੍ਹਾਂ ਦੀਆਂ ਬੇਮਿਸਾਲ ਘਟਨਾਵਾਂ ਵਾਪਰਦੀਆਂ ਹਨ, ਲੋਕਾਂ ਵਿੱਚ ਖਲਬਲੀ ਮਚ ਜਾਂਦੀ ਹੈ। ਅਸੀਂ ਲੋਕ ਅਜਿਹੇ ਸਮੇਂ ਦਾ ਸਾਹਮਣਾ ਕਰ ਰਹੇ ਹਾਂ ਜਦੋਂ ਦੁਨੀਆ ਦੀ ਅਰਥ ਵਿਵਸਥਾ ਅਚਾਨਕ ਰੁਕ ਗਈ ਹੈ ਅਤੇ ਸਮਾਜ ਜਾਂ ਸੱਭਿਆਚਾਰ ਦੀ ਪਰਵਾਹ ਕੀਤੇ ਬਿਨਾਂ ਜ਼ਿਆਦਾਤਰ ਉਦਯੋਗਾਂ ਨੇ ਸਾਰੇ ਕੰਮਕਾਜ ਬੰਦ ਕਰ ਦਿੱਤੇ ਹਨ। ਆਪਣੇ ਭਵਿੱਖ ਦੀ ਗਾਰੰਟੀ ਨਾ ਹੋਣ ਦੇ ਕਾਰਨ ਦੁਖੀ ਮਹਿਸੂਸ ਕਰਦੇ ਹੋਏ ਇਸ ਵਿਸ਼ਵ ਵਿਆਪੀ ਬੰਦ ਹੋਣ ਦੇ ਕਾਰਨ ਕਈ ਲੋਕ ਘਬਰਾ ਗਏ ਹਨ। ਬਹੁਤ ਸਾਰੇ ਲੋਕਾਂ ਨੇ ਸੋਚਿਆ ਇਹ ਲਗਭਗ 2 ਹਫ਼ਤਿਆਂ ਬਾਅਦ ਚਲੀ ਜਾਵੇਗੀ ਜਾਂ ਇਹ ਬਸੰਤ ਜਾਂ ਗਰਮੀਆਂ ਤੱਕ ਖਤਮ ਹੋ ਜਾਵੇਗੀ, ਪਰ ਹੁਣ ਪਹਿਲਾਂ ਤੋਂ ਹੀ 1 ਸਾਲ ਬੀਤ ਚੁੱਕਿਆ ਹੈ। ਸਾਲ 2021 ਦਾ ਅੱਧਾ ਹਿੱਸਾ ਪਹਿਲਾਂ ਹੀ ਤੇਜ਼ੀ ਨਾਲ ਬੀਤ ਚੁੱਕਿਆ ਹੈ। ਇਹ ਇੰਨੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਕਿ ਅਸੀਂ ਮੁਸ਼ਕਲ ਨਾਲ ਯਾਦ ਕਰਦੇ ਹਾਂ ਕਿ ਅਸੀਂ ਪਿਛਲੇ 6 ਮਹੀਨਿਆਂ ਵਿੱਚ ਕੀ ਕੀਤਾ ਹੈ। ਮੈਂ ਜਿਸ ਨੂੰ ਵੀ ਮਿਲਦਾ ਹਾਂ ਉਹ ਇੱਕੋ ਜਿਹਾ ਹੀ ਕਹਿੰਦਾ ਹੈ, ਮੈਨੂੰ ਨਹੀਂ ਪਤਾ ਕਿ ਸਮਾਂ ਕਿੰਨੀ ਤੇਜ਼ੀ ਨਾਲ ਉੱਡ ਗਿਆ। ਬਿਨਾਂ ਕੁਝ ਕੀਤੇ 1 ਸਾਲ ਲੰਘ ਗਿਆ ਅਤੇ ਫਿਰ 6 ਮਹੀਨੇ ਲੰਘ ਗਏ। ਉਹ ਕਾਰਨ ਕਿ ਉਹ ਅਜਿਹਾ ਕਹਿ ਰਹੇ ਹਨ ਕਿਉਂਕਿ ਉਹ ਪੂਰੀ ਸਥਿਤੀ ਤੋਂ ਹੈਰਾਨ ਹਨ। ਇਸ ਦਾ ਮਤਲਬ ਹੈ ਕਿ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਨੂੰ ਆਪਣੇ ਜੀਵਨ ਨੂੰ ਕਿਸ ਦਿਸ਼ਾ ਵਿੱਚ ਨਿਸ਼ਾਨਾ ਬਣਾਉਣਾ ਚਾਹੀਦਾ ਹੈ। ਹੁਣ ਸਾਰੀ ਮਨੁੱਖ ਜਾਤੀ ਅਜਿਹੀ ਸਥਿਤੀ ਵਿੱਚ ਹੈ। ਸਾਨੂੰ ਇਸ ਸਥਿਤੀ ਦੀ ਆਤਮਿਕ ਨਜ਼ਰੀਏ ਨਾਲ ਵਿਸ਼ਲੇਸ਼ਣ ਕਰਨ ਦੀ ਜ਼ਰੂਰਤ ਹੈ। ਜੇਕਰ ਕੋਈ ਇਮਾਰਤ ਜਾਂ ਪਹਾੜ ਜਾਂ ਕੋਈ ਜਾਣੂ ਖੇਤਰ ਦਾ ਸੀਮਾ ਨਿਸ਼ਾਨ ਹੈ ਤਾਂ ਸਹੀ ਦਿਸ਼ਾ ਲੱਭਣਾ ਆਸਾਨ ਹੈ। ਪਰ ਕਲਪਨਾ ਕਰੋ ਕਿ ਤੁਸੀਂ ਖੁੱਲੇ ਸਮੁੰਦਰ ਵਿੱਚ ਇੱਕ ਕਿਸ਼ਤੀ ਤੇ ਸਵਾਰੀ ਕਰ ਰਹੇ ਹੋ ਜਿੱਥੇ ਕੁਝ ਵੀ ਨਹੀਂ ਹੈ। ਕੀ ਹੋਵੇਗਾ ਜੇਕਰ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਉਸ ਜ਼ਮੀਨ ਤੱਕ ਜਾਣ ਲਈ ਕਿਸ ਰਸਤੇ ਤੋਂ ਜਾਣਾ ਹੈ ਜਿੱਥੇ ਤੁਹਾਡਾ ਘਰ ਸਥਿਤ ਹੈ? ਜਾਂ ਕੀ ਹੋਵੇਗਾ ਜੇਕਰ ਤੁਹਾਨੂੰ ਪਤਾ ਨਾ ਹੋਵੇ ਕਿ ਤੁਸੀਂ ਮੰਜ਼ਿਲ ਤੱਕ ਪਹੁੰਚਣ ਲਈ ਕਿਹੜੀ ਦਿਸ਼ਾ ਲੈਣੀ ਹੈ? ਤੁਸੀਂ ਕੀ ਮਹਿਸੂਸ ਕਰੋਗੇ? ਜੇਕਰ ਤੁਸੀਂ ਕਲਪਨਾ ਕਰੋ ਕਿ ਤੁਸੀਂ ਖੁੱਲੇ ਸਮੁੰਦਰ ਵਿੱਚ ਇਸ ਤਰ੍ਹਾਂ ਹੋ ਤਾਂ ਤੁਸੀਂ ਬਹੁਤ ਪਰੇਸ਼ਾਨ ਮਹਿਸੂਸ ਕਰੋਗੇ। ਆਓ ਇੱਕ ਹੋਰ ਦ੍ਰਿਸ਼ ਦੀ ਕਲਪਨਾ ਕਰੀਏ। ਕਲਪਨਾ ਕਰੋ ਕਿ ਤੁਸੀਂ ਇੱਕ ਜੰਗਲ ਵਿਚਕਾਰ ਹੋ ਜਿੱਥੇ ਅਰਾਰੋਟ ਦੀਆਂ ਵੇਲਾਂ ਅਤੇ ਸਭ ਤਰ੍ਹਾਂ ਦੇ ਦਰਖਤ ਇੱਕ ਦੂਜੇ ਨਾਲ ਉਲਝੇ ਹੋਏ ਹਨ ਅਤੇ ਹਰ ਦਿਸ਼ਾ ਇੱਕੋ ਜਿਹੀ ਦਿਖਾਈ ਦਿੰਦੀ ਹੈ। ਕੀ ਹੋਵੇਗਾ ਜੇਕਰ ਤੁਹਾਨੂੰ ਪਤਾ ਨਹੀਂ ਹੈ ਕਿ ਪਿੰਡ ਜਾਣ ਜਾਂ ਘਰ ਵਾਪਸ ਆਉਣ ਲਈ ਕਿਹੜੀ ਦਿਸ਼ਾ ਲੈਣੀ ਹੈ? ਜਾਂ ਕੀ ਹੋਵੇਗਾ ਜੇਕਰ ਤੁਹਾਨੂੰ ਇੱਕ ਹੀ ਦਿਸ਼ਾ ਉੱਤੇ ਵਾਰ-ਵਾਰ ਵਾਪਸ ਆਉਂਦੇ ਹੋਏ ਮਹਿਸੂਸ ਹੋਵੇ ਕਿ ਤੁਸੀਂ ਇੱਕੋ ਹੀ ਚੱਕਰ ਵਿੱਚ ਚੱਲ ਰਹੇ ਹੋ? ਤੁਹਾਨੂੰ ਸਭ ਤੋਂ ਜ਼ਿਆਦਾ ਕਿਸ ਚੀਜ਼ ਦੀ ਜ਼ਰੂਰਤ ਹੋਵੇਗੀ? ਆਓ ਇੱਕ ਹੋਰ ਦ੍ਰਿਸ਼ ਬਾਰੇ ਸੋਚੀਏ। ਕਲਪਨਾ ਕਰੋ ਕਿ ਤੁਸੀਂ ਮਾਰੂਥਲ ਵਿੱਚ ਚੱਲ ਰਹੇ ਹੋ ਜਿੱਥੇ ਕੁਝ ਵੀ ਨਹੀਂ ਹੈ। ਇਹ ਸਿਰਫ ਇੱਕ ਬੇਅੰਤ ਮਾਰੂਥਲ ਵਰਗਾ ਦਿਖਦਾ ਹੈ। ਭਾਵੇਂ ਤੁਸੀਂ ਕਿੰਨਾ ਵੀ ਚੱਲੋ, ਤੁਸੀਂ 1 ਦਿਨ ਚੱਲਦੇ ਹੋ ਅਤੇ 2 ਦਿਨ ਚੱਲਦੇ ਹੋ, ਪਰ ਤੁਸੀਂ ਹੁਣ ਵੀ ਉਸੇ ਮਾਰੂਥਲ ਵਿੱਚ ਚੱਲ ਰਹੇ ਹੋ। ਜਦ ਤੁਹਾਨੂੰ ਅਜਿਹਾ ਮਹਿਸੂਸ ਹੋਵੇ ਕਿ ਤੁਸੀਂ ਘੁੰਮਣ ਵਾਲੇ ਡਿਸਕ ਉੱਤੇ ਇੱਕ ਵਸਤੂ ਵਾਂਗ ਉਸੇ ਥਾਂ ਉੱਤੇ ਵਾਪਸ ਆਉਂਦੇ ਰਹਿੰਦੇ ਹੋ, ਤੁਹਾਨੂੰ ਸਭ ਤੋਂ ਜ਼ਿਆਦਾ ਕਿਸ ਚੀਜ਼ ਦੀ ਜ਼ਰੂਰਤ ਹੋਵੇਗੀ? ਕੀ ਹੋਵੇਗਾ ਜੇਕਰ ਤੁਸੀਂ 1 ਘੰਟਾ, 2 ਘੰਟਾ ਜਾਂ 10 ਘੰਟੇ ਤੋਂ ਪਾਣੀ ਦੀ ਯਾਤਰਾ ਕਰ ਰਹੇ ਹੋ ਪਰ ਜੋ ਕੁਝ ਵੀ ਦੇਖਿਆ ਜਾ ਸਕਦਾ ਹੈ ਉਹ ਸਿਰਫ ਖੁੱਲਾ ਸਮੁੰਦਰ ਹੈ? ਕੀ ਹੋਵੇਗਾ ਜੇਕਰ ਤੁਸੀਂ ਬੇਅੰਤ ਸਮੁੰਦਰ ਵਿੱਚ ਗੁਆਚ ਗਏ ਹੋ? ਜਦੋਂ ਤੁਹਾਨੂੰ ਲੱਗੇ ਕਿ ਜਾਣ ਲਈ ਕੋਈ ਦਿਸ਼ਾ ਨਹੀਂ ਹੈ ਤਾਂ ਤੁਹਾਨੂੰ ਕਿਸ ਚੀਜ਼ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੋਵੇਗੀ? ਸਾਰੇ ਲੋਕੋ, ਤੁਹਾਨੂੰ ਇਹਨਾਂ ਸਥਿਤੀਆਂ ਵਿੱਚ ਕੀ ਲੱਭਣਾ ਚਾਹੀਦਾ ਹੈ? ਤੁਹਾਨੂੰ ਪਰਮੇਸ਼ਵਰ ਨੂੰ ਲੱਭਣ ਦੀ ਜ਼ਰੂਰਤ ਹੈ ਨਾ? ਆਓ ਇਸ ਬਾਰੇ ਸਰੀਰਕ ਨਜ਼ਰੀਏ ਨਾਲ ਸੋਚਦੇ ਹਾਂ।
ਜੇਕਰ ਤੁਸੀਂ ਖੁੱਲੇ ਸਮੁੰਦਰ ਵਿੱਚ ਗਵਾਚ ਗਏ ਹੋ ਜਿਸ ਦਾ ਕੋਈ ਅੰਤ ਨਹੀਂ ਹੈ, ਜਾਂ ਤੁਸੀਂ ਜੰਗਲ ਵਿੱਚ ਗਵਾਚ ਗਏ ਹੋ ਜਿਸ ਦਾ ਕੋਈ ਅੰਤ ਨਹੀਂ ਹੈ, ਜਾਂ ਤੁਸੀਂ ਮਾਰੂਥਲ ਵਿੱਚ ਗਵਾਚ ਗਏ ਹੋ ਜਿਸ ਦਾ ਕੋਈ ਅੰਤ ਨਹੀਂ ਹੈ, ਤਦ ਤੁਹਾਨੂੰ ਸਭ ਤੋਂ ਜ਼ਿਆਦਾ ਕਿਸ ਚੀਜ਼ ਦੀ ਜ਼ਰੂਰਤ ਹੋਵੇਗੀ? ਕਿ ਕੰਪਾਸ ਵਰਗਾ ਸਾਧਨ ਹੋਣਾ ਸਭ ਤੋਂ ਚੰਗਾ ਨਹੀਂ ਹੋਵੇਗਾ ਜੋ ਤੁਹਾਨੂੰ ਦਿਸ਼ਾ ਦਿਖਾਉਂਦਾ ਹੈ? ਜੇਕਰ ਤੁਹਾਡੇ ਕੋਲ ਅਜਿਹਾ ਕੋਈ ਸਾਧਨ ਹੈ ਤਾਂ ਤੁਸੀਂ ਉਸ ਸਥਿਤੀ ਵਿੱਚ ਹੋਣ ਤੇ ਵੀ ਰਾਹਤ ਮਹਿਸੂਸ ਕਰੋਗੇ। ਮੌਜੂਦਾ ਕਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਦੁਨੀਆ ਭਰ ਵਿੱਚ ਲੋਕਾਂ ਨੇ ਜਾਂ ਤਾਂ ਆਪਣੀ ਦਿਸ਼ਾ, ਆਪਣਾ ਭਵਿੱਖ ਜਾਂ ਜੀਵਨ ਵਿੱਚ ਆਪਣੀ ਖੁਸ਼ੀ ਗਵਾ ਦਿੱਤੀ ਹੈ। ਫਿਰ ਇਸ ਸਥਿਤੀ ਵਿੱਚ ਕੀ ਕੰਪਾਸ ਦੀ ਭੂਮਿਕਾ ਨਿਭਾ ਸਕਦੀ ਹੈ? ਜਿਸ ਤਰ੍ਹਾਂ ਬੇਅੰਤ ਸਮੁੰਦਰ ਵਿੱਚ ਗੁਆਚੇ ਹੋਏ ਵਿਅਕਤੀ ਨੂੰ ਕੰਪਾਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ, ਇਸ ਦੁਨੀਆ ਵਿੱਚ ਗੁਆਚੀ ਹੋਈ ਆਤਮਾਵਾਂ ਨੂੰ ਜੋ ਭਟਕਦੀਆਂ ਰਹਿੰਦੀਆਂ ਹਨ, ਜਿਸ ਚੀਜ਼ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਉਹ ਆਤਮਿਕ ਕੰਪਾਸ ਭਾਵ ਪਰਮੇਸ਼ਵਰ ਦਾ ਵਚਨ ਹੈ। ਇਹੀ ਕਾਰਨ ਹੈ ਕਿ ਜ਼ਬੂਰਾਂ ਦੀ ਪੋਥੀ ਦੀ ਪੁਸਤਕ ਦੇ ਲੇਖਕ ਨੇ ਕਿਹਾ, ਤੇਰੇ ਬਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹ ਦਾ ਚਾਨਣ ਹੈ। ਜ਼ਬੂਰਾਂ ਦੀ ਪੋਥੀ ਦੀ ਪੁਸਤਕ ਦਾ ਲੇਖਕ ਕਹਿੰਦਾ ਹੈ ਕਿ ਪਰਮੇਸ਼ਵਰ ਦੇ ਵਚਨ ਨੇ ਉਸ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਸਹੀ ਰਾਹ ਉੱਤੇ ਨਿਰਦੇਸ਼ਿਤ ਕੀਤਾ ਹੈ। ਜਦੋਂ ਉਹ ਆਪਣੇ ਅੱਗੇ ਦਾ ਰਾਹ ਨਹੀਂ ਦੇਖ ਸਕਦਾ ਸੀ, ਨਹੀਂ ਜਾਣ ਪਾਉਂਦਾ ਸੀ ਕਿ ਕਿੱਥੇ ਜਾਣਾ ਹੈ, ਜਾਂ ਨਹੀਂ ਪਛਾਣ ਪਾਉਂਦਾ ਸੀ ਕਿ ਕਿਸ ਦਿਸ਼ਾ ਵਿੱਚ ਜਾਣਾ ਹੈ, ਆਓ ਜ਼ਬੂਰਾਂ ਦੀ ਪੋਥੀ ਅਧਿਆਇ 119 ਵਚਨ 105 ਵਿੱਚ ਪਰਮੇਸ਼ਵਰ ਦਾ ਵਚਨ ਦੇਖੀਏ। ਤੇਰਾ ਵਚਨ ਕੀ ਹੈ? ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹ ਦਾ ਚਾਨਣ ਹੈ। ਜ਼ਬੂਰਾਂ ਦੀ ਪੋਥੀ ਦੀ ਪੁਸਤਕ ਦਾ ਲੇਖਕ ਸਾਨੂੰ ਸਿਖਾਉਂਦਾ ਹੈ ਕਿ ਜਦੋਂ ਅਸੀਂ ਹਨੇਰੇ ਵਿੱਚ ਆਪਣੇ ਖੱਬੇ ਤੋਂ ਸੱਜੇ ਵਿਚਕਾਰ ਫਰਕ ਕਰਨ ਵਿੱਚ ਸਫਲ ਹੋਏ ਬਿਨਾਂ ਇੱਕ ਉਲਝੀ ਸਥਿਤੀ ਵਿੱਚ ਪਾ ਦਿੱਤੇ ਜਾਂਦੇ ਹਾਂ, ਤਦ ਇਹ ਸਿਰਫ ਪਰਮੇਸ਼ਵਰ ਦਾ ਵਚਨ ਹੈ ਜੋ ਸਾਨੂੰ ਸਵਰਗ ਦੇ ਰਾਜ ਤੱਕ ਲੈ ਜਾਣ ਲਈ ਆਤਮਿਕ ਕੰਪਾਸ ਦੀ ਭੂਮਿਕਾ ਨਿਭਾਉਂਦਾ ਹੈ। ਪਰਮੇਸ਼ਵਰ ਨੇ ਵੀ ਕਿਹਾ ਹੈ, ਉਸ ਸਮਾਂ ਆਵੇਗਾ ਜਦੋਂ ਪੂਰੀ ਦੁਨੀਆ ਦੀ ਇੱਕੋ ਪ੍ਰੀਖਿਆ ਨਾਲ ਜਾਂਚ ਕੀਤੀ ਜਾਵੇਗੀ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 3 ਵਚਨ 10 ਦੇਖੀਏ। ਤੈਂ ਜੋ ਮੇਰੇ ਧੀਰਜ ਦੇ ਵਚਨ ਦੀ ਰੱਖਿਆ ਕੀਤੀ, ਤਾਂ ਮੈਂ ਵੀ ਪਰਤਾਵੇ ਦੇ ਉਸ ਸਮੇਂ ਤੋਂ ਜੋ ਧਰਤੀ ਦੇ ਵਾਸੀਆਂ ਦੇ ਪਰਤਾਉਣ ਲਈ ਸਾਰੇ ਸੰਸਾਰ ਉੱਤੇ ਆਉਣ ਵਾਲਾ ਹੈ, ਤੇਰੀ ਰੱਖਿਆ ਕਰਾਂਗਾ। ਕਰੋਨਾ ਵਾਇਰਸ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਸਾਰਿਆਂ ਦਾ ਵਿਸ਼ਵਾਸ ਪ੍ਰਗਟ ਹੋ ਗਿਆ ਸੀ। ਜਿਨ੍ਹਾਂ ਲੋਕਾਂ ਵਿੱਚ ਅਸਥਾਈ ਜਨੂਨ ਸੀ ਜਾਂ ਲੋਕ ਜੋ ਸਿਰਫ ਦੂਸਰਿਆਂ ਦੀ ਨਕਲ ਕਰਦੇ ਸੀ, ਉਹ ਪ੍ਰੀਖਿਆ ਵਿੱਚ ਅਸਫਲ ਹੋ ਗਏ। ਜਦੋਂ ਸਾਰੇ ਜਗਤ ਉੱਤੇ ਉਸ ਪ੍ਰੀਖਿਆ ਦਾ ਸਮਾਂ ਆਇਆ ਜਿਸ ਨਾਲ ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਦੀ ਪਰਖ ਕੀਤੀ ਗਈ, ਲੋਕ ਇਹ ਜਾਣੇ ਬਗੈਰ ਕਿ ਕਿਸ ਦਿਸ਼ਾ ਵਿੱਚ ਜਾਣਾ ਹੈ, ਇੱਧਰ ਉੱਧਰ ਭਟਕਦੇ ਹੋਏ ਮੂਰਖਤਾ ਕਰਨ ਲੱਗੇ। ਪਰਮੇਸ਼ਵਰ ਨੇ ਪੱਕਾ ਹੀ ਕਿਹਾ ਸੀ ਕਿ ਦੁਨੀਆ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਦੀ ਇੱਕ ਹੀ ਪ੍ਰੀਖਿਆ ਦੁਆਰਾ ਜਾਂਚ ਕੀਤੀ ਜਾਵੇਗੀ। ਸਾਰੇ ਲੋਕੋ, ਯੂਨੀਵਰਸਿਟੀ ਵਿੱਚ ਦਾਖਲ ਹੋਣ ਲਈ ਤੁਹਾਨੂੰ ਇੱਕ ਦਾਖਲ ਪ੍ਰੀਖਿਆ ਪਾਸ ਕਰਨੀ ਚਾਹੀਦੀ ਹੈ ਨਾ? ਸਰਕਾਰੀ ਅਧਿਕਾਰੀ ਬਣਨ ਲਈ ਲੋਕਾਂ ਨੂੰ ਸਿਵਲ ਸੇਵਾ ਪ੍ਰੀਖਿਆ ਪਾਸ ਕਰਨੀ ਚਾਹੀਦੀ ਹੈ ਨਾ? ਜਦੋਂ ਪਰਮੇਸ਼ਵਰ ਪੂਰੀ ਦੁਨੀਆ ਦੀ ਪ੍ਰੀਖਿਆ ਲੈਂਦੇ ਹਨ, ਫਿਰ ਹੀ ਅਸੀਂ ਸਾਰੇ ਸਵਰਗ ਜਾਵਾਂਗੇ। ਜੇਕਰ ਅਸੀਂ ਪ੍ਰੀਖਿਆ ਪਾਸ ਕਰ ਲੈਂਦੇ ਹਾਂ, ਪੂਰੀ ਦੁਨੀਆ ਨੂੰ ਪ੍ਰੀਖਿਆ ਦੇਣੀ ਪਵੇਗੀ। ਅਜਿਹਾ ਲੱਗਦਾ ਹੈ ਕਿ ਕਰੋਨਾ ਵਾਇਰਸ ਮਹਾਮਾਰੀ ਪਹਿਲੀ ਪ੍ਰੀਖਿਆ ਹੈ ਜਿਸ ਨਾਲ ਪੂਰੀ ਦੁਨੀਆ ਦੀ ਪਰਖ ਕੀਤੀ ਗਈ ਹੈ। ਦੁਨੀਆ ਭਰ ਦੇ 200 ਤੋਂ ਜ਼ਿਆਦਾ ਦੇਸ਼ ਇਸ ਮਹਾਮਾਰੀ ਨਾਲ ਇਕੱਠੇ ਪ੍ਰਭਾਵਿਤ ਹੋਏ ਹਨ। ਇਸ ਲਈ ਅੱਜ ਅਸੀਂ ਸਵਰਗ ਜਾਣ ਦਾ ਰਾਹ ਸਿਰਲੇਖ ਹੇਠ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰ ਰਹੇ ਹਾਂ। ਜਦੋਂ ਸਾਡੇ ਸਾਹਮਣੇ ਦਾ, ਸਾਡੇ ਪਿੱਛੇ ਦਾ, ਸਾਡੇ ਖੱਬੇ ਦਾ ਅਤੇ ਸਾਡੇ ਸੱਜੇ ਦਾ ਸਭ ਇੱਕੋ ਜਿਹਾ ਦਿਖਾਈ ਦਿੰਦਾ ਹੈ ਅਤੇ ਅਸੀਂ ਨਹੀਂ ਜਾਣਦੇ ਕਿ ਸਾਨੂੰ ਕਿਸ ਨਿਸ਼ਾਨੇ ਜਾਂ ਦਿਸ਼ਾ ਦਾ ਉਦੇਸ਼ ਰੱਖਣਾ ਚਾਹੀਦਾ ਹੈ। ਜੇਕਰ ਸਾਡੇ ਕੋਲ ਕੰਪਾਸ ਹੋਵੇ ਤਾਂ ਅਸੀਂ ਸਹੀ ਦਿਸ਼ਾ ਨੂੰ ਲੱਭ ਸਕਦੇ ਹਾਂ ਅਤੇ ਆਪਣੀ ਮੰਜ਼ਿਲ ਤੱਕ ਜਾ ਸਕਦੇ ਹਾਂ। ਉਸੇ ਤਰ੍ਹਾਂ ਪਰਮੇਸ਼ਵਰ ਦਾ ਵਚਨ ਹਮੇਸ਼ਾ ਆਤਮਿਕ ਕੰਪਾਸ ਦੇ ਰੂਪ ਵਿੱਚ ਸਾਡੀ ਸਹੀ ਦਿਸ਼ਾ ਵਿੱਚ ਅਗਵਾਈ ਕਰੇਗਾ। ਇਸ ਲਈ ਪਰਮੇਸ਼ਵਰ ਨੇ ਜ਼ਬੂਰਾਂ ਦੀ ਪੋਥੀ ਦੇ ਲੇਖਕ ਦੁਆਰਾ ਕਿਹਾ, ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹ ਦਾ ਚਾਨਣ ਹੈ। ਕੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਪਰਮੇਸ਼ਵਰ ਦਾ ਵਚਨ ਚਾਨਣ ਨੂੰ ਚਮਕਾਉਂਦਾ ਹੈ ਅਤੇ ਸਾਡੇ ਲਈ ਦੀਪਕ ਬਣ ਜਾਂਦਾ ਹੈ ਜਦੋਂ ਅਸੀਂ ਨਹੀਂ ਜਾਣਦੇ ਕਿ ਕਿਸ ਰਸਤੇ ਉੱਤੇ ਜਾਣਾ ਹੈ? ਇਸ ਲਈ ਪਰਮੇਸ਼ਵਰ ਨੇ ਬਾਈਬਲ ਵਿੱਚ ਕਿਹਾ ਹੈ
ਕਿ ਸਾਨੂੰ ਪਰਮੇਸ਼ਵਰ ਦੇ ਵਚਨ ਨੂੰ ਕਦੇ ਵੀ ਤੁੱਛ ਨਹੀਂ ਸਮਝਣਾ ਚਾਹੀਦਾ ਅਤੇ ਨਾ ਹੀ ਉਸ ਵਿੱਚ ਕਦੇ ਵਧਾਉਣਾ ਜਾਂ ਘਟਾਉਣਾ ਚਾਹੀਦਾ ਹੈ। ਆਓ ਪ੍ਰਕਾਸ਼ ਦੀ ਪੋਥੀ ਅਧਿਆਇ 28 ਵਚਨ 18 ਪੜ੍ਹੀਏ। ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗਮ ਵਾਕ ਦੀਆਂ ਬਾਣੀਆਂ ਸੁਣਦਾ ਹੈ ਸਾਖੀ ਦਿੰਦਾ ਹਾਂ। ਜੇ ਕੋਈ ਇਹਨਾਂ ਵਿੱਚ ਕੁਝ ਵਧਾਵੇ ਤਾਂ ਉਪਵਾ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਵਰ ਉਸ ਉੱਤੇ ਵਧਾਵੇਗਾ, ਅਤੇ ਜੋ ਕੋਈ ਇਸ ਅਗਮ ਵਾਕ ਦੀ ਪੋਥੀ ਦੀਆਂ ਬਾਣੀਆਂ ਵਿੱਚੋਂ ਕੁਝ ਘਟਾਵੇ ਤਾਂ ਜੀਵਨ ਦੇ ਵਰਿੱਛ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਵਰ ਉਹਦਾ ਹਿੱਸਾ ਘਟਾਵੇਗਾ। ਕੀ ਇਹ ਇੱਕ ਚੇਤਾਵਨੀ ਨਹੀਂ ਹੈ ਕਿ ਸਾਨੂੰ ਕਦੇ ਵੀ ਬਾਈਬਲ ਵਿੱਚੋਂ ਕੁਝ ਵਧਾਉਣਾ ਜਾਂ ਘਟਾਉਣਾ ਨਹੀਂ ਚਾਹੀਦਾ? ਅਜਿਹਾ ਇਸ ਲਈ ਹੈ ਕਿਉਂਕਿ ਜੇਕਰ ਅਸੀਂ ਕੁਝ ਵਧਾਉਂਦੇ ਜਾਂ ਘਟਾਉਂਦੇ ਹਾਂ ਤਦ ਪਰਮੇਸ਼ਵਰ ਦਾ ਵਚਨ ਇੱਕ ਟੁੱਟੇ ਹੋਏ ਕੰਪਾਸ ਦੀ ਤਰ੍ਹਾਂ ਹੋ ਜਾਵੇਗਾ। ਪਰਮੇਸ਼ਵਰ ਦੇ ਵਚਨ ਲਈ ਜੋ ਆਤਮਿਕ ਕੰਪਾਸ ਹੈ ਆਪਣੀ ਭੂਮਿਕਾ ਅਤੇ ਆਪਣੇ ਕੰਮ ਨੂੰ ਠੀਕ ਤਰ੍ਹਾਂ ਨਿਭਾਉਣ ਲਈ ਬਾਈਬਲ ਵਿੱਚ ਜੋ ਲਿਖਿਆ ਹੈ ਉਸ ਵਿੱਚ ਸਾਨੂੰ ਕਦੇ ਕੁਝ ਨਹੀਂ ਵਧਾਉਣਾ ਚਾਹੀਦਾ ਅਤੇ ਨਾ ਹੀ ਉਸ ਵਿੱਚੋਂ ਕੁਝ ਘਟਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਸੁਰੱਖਿਅਤ ਰੂਪ ਨਾਲ ਸਵਰਗ ਵਿੱਚ ਪ੍ਰਵੇਸ਼ ਕਰ ਸਕੀਏ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਪਰਮੇਸ਼ਵਰ ਸਾਨੂੰ ਇਹ ਸਿੱਖਿਆ ਦਿੰਦੇ ਹਨ, ਜਦੋਂ ਵੀ ਅਸੀਂ ਸਹੀ ਦਿਸ਼ਾਵਾਂ ਨੂੰ ਜਾਣੇ ਬਿਨਾਂ ਜੋ ਸਾਨੂੰ ਸਵਰਗ ਵੱਲ ਲੈ ਜਾਵੇਗੀ ਆਲੇ ਦੁਆਲੇ ਘੁੰਮਦੇ ਹਾਂ ਤਦ ਸਾਨੂੰ ਪਰਮੇਸ਼ਵਰ ਦੁਆਰਾ ਦਿੱਤੀ ਗਈ ਸਿੱਖਿਆਵਾਂ ਦਾ ਪਾਲਨ ਕਰਦੇ ਹੋਏ ਪਰਮੇਸ਼ਵਰ ਦੇ ਵਚਨ ਵਿੱਚ ਬਣੇ ਰਹਿਣਾ ਚਾਹੀਦਾ ਹੈ। ਇਸ ਲਈ ਜਦੋਂ ਯਿਸੂ 2000 ਸਾਲ ਪਹਿਲਾਂ ਇਸ ਧਰਤੀ ਉੱਤੇ ਆਏ ਤਦ ਉਹਨਾਂ ਨੇ ਸਾਨੂੰ ਸਿਖਾਇਆ ਕਿ ਜੇਕਰ ਅਸੀਂ ਸਵਰਗ ਜਾਣਾ ਚਾਹੁੰਦੇ ਹਾਂ ਤਾਂ ਸਾਨੂੰ ਕਦੇ ਵੀ ਪਰਮੇਸ਼ਵਰ ਦੇ ਵਚਨ ਤੋਂ ਨਹੀਂ ਭਟਕਣਾ ਚਾਹੀਦਾ ਜਾਂ ਕਦੇ ਵੀ ਵਿਸ਼ਵਾਸ ਦੇ ਗਲਤ ਰਾਹ ਵਿੱਚ ਪ੍ਰਵੇਸ਼ ਨਹੀਂ ਕਰਨਾ ਚਾਹੀਦਾ। ਆਓ ਮਤੀ ਅਧਿਆਇ 7 ਵਚਨ 21 ਦੇਖੀਏ। ਨਾ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸਵਰਗ ਦੇ ਰਾਜ ਵਿੱਚ ਵੜੇਗਾ, ਬਲਕਿ ਉਹ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ। ਕਿ ਬਾਈਬਲ ਦੀਆਂ 66 ਪੁਸਤਕਾਂ ਵਿੱਚ ਲਿਖੇ ਗਏ ਪਰਮੇਸ਼ਵਰ ਦੇ ਸਾਰੇ ਵਚਨਾਂ ਵਿੱਚ ਉਹਨਾਂ ਦੀ ਮਰਜ਼ੀ ਸ਼ਾਮਲ ਨਹੀਂ ਹੈ। ਜੇਕਰ ਅਸੀਂ ਪਰਮੇਸ਼ਵਰ ਦੀ ਮਰਜ਼ੀ ਦਾ ਪਾਲਨ ਕਰਦੇ ਹਾਂ ਤਾਂ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸਵਰਗ ਜਾਣ ਲਈ ਕੁਝ ਵੀ ਵਧਾਏ ਜਾਂ ਘਟਾਏ ਬਿਨਾਂ ਪਰਮੇਸ਼ਵਰ ਦੀ ਇੱਛਾ ਦਾ ਪਾਲਨ ਕਰਦੇ ਹਾਂ। ਫਿਰ ਬਾਈਬਲ ਦੀਆਂ 66 ਪੁਸਤਕਾਂ ਸਾਨੂੰ ਸਵਰਗ ਦੇ ਰਾਜ ਵਿੱਚ ਜਾਣ ਲਈ ਕਿਸ ਨੂੰ ਨਿਰਦੇਸ਼ਕਾਂ ਦੇ ਰੂਪ ਵਿੱਚ ਰੱਖਣ ਲਈ ਕਹਿੰਦੀਆਂ ਹਨ। ਆਓ ਬਾਈਬਲ ਵਿੱਚ ਇਸ ਦੇ ਬਾਰੇ ਮਹੱਤਵਪੂਰਨ ਸਿੱਖਿਆ ਦੇਖੀਏ। ਆਓ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਦੇਖੀਏ। ਆਤਮਾ ਤੇ ਲਾੜੀ ਆਖਦੀ ਹੈ ਆਓ, ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਧਿਆਇਆ ਹੋਵੇ ਉਹ ਆਵੇ, ਜਿਹੜਾ ਚਾਹੇ ਅੰਮ੍ਰਿਤ ਜਲ ਮੁਕਤ ਲਵੇ। ਇਹ ਬਹੁਤ ਨਿਰਾਸ਼ਜਨਕ ਹੋਵੇਗਾ ਜੇਕਰ ਤੁਸੀਂ ਇਹ ਨਾ ਜਾਣਦੇ ਹੋਏ ਕਿ ਕਿਸ ਰਾਹ ਉੱਤੇ ਜਾਣਾ ਹੈ ਇੱਧਰ ਉੱਧਰ ਭਟਕਦੇ ਰਹੋਗੇ। ਅਤੇ ਜੇਕਰ ਤੁਸੀਂ ਇੱਕ ਬੇਅੰਤ ਖੁੱਲੇ ਸਮੁੰਦਰ ਵਿੱਚ ਹੋ, ਭਾਵੇਂ ਤੁਸੀਂ ਇੱਕ ਹਫ਼ਤਾ ਜਾਂ ਇੱਕ ਮਹੀਨੇ ਲਈ ਪਾਣੀ ਦੀ ਯਾਤਰਾ ਕਰ ਲਵੋ, ਕਿ ਮੈਨੂੰ ਇਸ ਰਾਹ ਉੱਤੇ ਚੱਲਦੇ ਰਹਿਣਾ ਚਾਹੀਦਾ ਹੈ, ਕਿ ਮੈਂ ਹੁਣ ਸਹੀ ਦਿਸ਼ਾ ਵੱਲ ਜਾ ਰਿਹਾ ਹਾਂ। ਮੈਨੂੰ ਅਜਿਹਾ ਕਿਉਂ ਲੱਗਦਾ ਹੈ ਕਿ ਮੈਂ ਹੁਣ ਵੀ ਉਸੇ ਜਗ੍ਹਾ ਉੱਤੇ ਹਾਂ? ਅਜਿਹੇ ਕਈ ਵਿਚਾਰ ਹਨ ਜੋ ਸਾਨੂੰ ਉਲਝਾ ਦੇਣਗੇ ਅਤੇ ਸਾਨੂੰ ਨਿਰਾਸ਼ ਕਰਨਗੇ। ਤਾਂ ਪਰਮੇਸ਼ਵਰ ਨੇ ਕਿਹਾ, ਜਦ ਉਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਤੁਹਾਨੂੰ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਹੈ, ਸਿਰਫ ਮੇਰੇ ਕੋਲ ਆਓ। ਆਤਮਾ ਤੇ ਲਾੜੀ ਕਹਿੰਦੇ ਹਨ, ਉਸ ਦਿਸ਼ਾ ਵਿੱਚ ਆਓ ਜਿੱਥੇ ਤੁਸੀਂ ਸਾਨੂੰ ਦੇਖ ਸਕਦੇ ਹੋ। ਜਦੋਂ ਅਸੀਂ ਉਸ ਦਿਸ਼ਾ ਵਿੱਚ ਜਾਂਦੇ ਹਾਂ ਤਾਂ ਅਸੀਂ ਸਵਰਗ ਜਾ ਸਕਦੇ ਹਾਂ ਜਿੱਥੇ ਅਸੀਂ ਜਾਣਾ ਚਾਹੁੰਦੇ ਹਾਂ। ਸਾਡੀ ਮੰਜ਼ਿਲ ਸਵਰਗ ਹੈ। ਆਓ ਅਸੀਂ ਹੋਰ ਚੀਜ਼ਾਂ ਦੁਆਰਾ ਨਾ ਭਟਕੀਏ। ਜਦੋਂ ਸਾਡਾ ਮਨ ਭਟਕ ਜਾਂਦਾ ਹੈ ਅਤੇ ਅਸੀਂ ਗੁਆਚੇ ਹੋਏ ਮਹਿਸੂਸ ਕਰਦੇ ਹਾਂ ਤਦ ਸਾਨੂੰ ਆਤਮਾ ਤੇ ਲਾੜੀ ਕੋਲ ਜਾਣ ਦੀ ਜ਼ਰੂਰਤ ਹੈ ਜੋ ਕਹਿੰਦੇ ਹਨ ਆਓ। ਬਾਈਬਲ ਕਹਿੰਦੀ ਹੈ ਆਤਮਾ ਤੇ ਲਾੜੀ ਆਖਦੀ ਹੈ ਆਓ, ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਧਿਆਇਆ ਹੋਵੇ ਉਹ ਆਵੇ, ਜਿਹੜਾ ਚਾਹੇ ਅੰਮ੍ਰਿਤ ਜਲ ਮੁਕਤ ਲਵੇ। ਭਾਵੇਂ ਅਸੀਂ ਸਦੀਪਕ ਸਵਰਗ ਦੇ ਰਾਜ ਵਿੱਚ ਜਾਣਾ ਚਾਹੁੰਦੇ ਹਾਂ, ਅਸੀਂ ਇਹ ਨਾ ਜਾਣਦੇ ਹੋਏ ਕਿ ਕਿਸ ਦਿਸ਼ਾ ਵਿੱਚ ਜਾਣਾ ਹੈ ਗੁਆਚਿਆ ਹੋਇਆ ਮਹਿਸੂਸ ਕਰ ਸਕਦੇ ਹਾਂ ਅਤੇ ਸੋਚਦੇ ਹਾਂ ਕਿ ਮੈਂ ਅਸਲ ਵਿੱਚ ਸਵਰਗ ਜਾ ਸਕਦਾ ਹਾਂ ਜੇਕਰ ਮੈਂ ਇਸ ਤਰ੍ਹਾਂ ਕੰਮ ਕਰਨਾ ਜਾਰੀ ਰੱਖਦਾ ਹਾਂ। ਕਿ ਮੈਂ ਸਹੀ ਚੀਜ਼ ਕਰ ਰਿਹਾ ਹਾਂ? ਕੀ ਹੋਵੇਗਾ ਜੇਕਰ ਮੈਂ ਸਿਰਫ ਇੱਕੋ ਜਿਹਾ ਹੀ ਰਹਾ? ਤਦ ਆਤਮਾ ਤੇ ਲਾੜੀ ਜੋ ਸਾਡੇ ਪਿਤਾ ਅਤੇ ਮਾਤਾ ਜੀ ਹਨ ਕਹਿੰਦੇ ਹਨ, ਉਸ ਰਾਹ ਉੱਤੇ ਨਾ ਰਹੋ ਪਰ ਮੇਰੇ ਕੋਲ ਆਓ। ਆਓ ਯਹੂਨਾ ਅਧਿਆਇ 14 ਵਿੱਚ ਇੱਕ ਕਾਰਨ ਦੇਖੀਏ ਕਿ ਸਾਨੂੰ ਪਰਮੇਸ਼ਵਰ ਕੋਲ ਕਿਉਂ ਜਾਣਾ ਚਾਹੀਦਾ ਹੈ। ਆਓ ਯਹੂਨਾ ਅਧਿਆਇ 14 ਵਚਨ 1 ਦੇਖੀਏ। ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ਵਰ ਉੱਤੇ ਨਿਸ਼ਚਾ ਕਰੋ ਔਰ ਮੇਰੇ ਉੱਤੇ ਵੀ ਨਿਸ਼ਚਾ ਕਰੋ। ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ, ਨਹੀਂ ਤਾਂ ਮੈਂ ਤੁਹਾਨੂੰ ਕਹਿੰਦਾ, ਕਿਉਂ ਜੋ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ।
ਔਰ ਜੇ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ ਤਾਂ ਫਿਰ ਆਣ ਕੇ ਤੁਹਾਨੂੰ ਆਪਣੇ ਕੋਲ ਲੈ ਲਵਾਂਗਾ, ਭਈ ਜਿੱਥੇ ਮੈਂ ਹਾਂ ਤੁਸੀਂ ਵੀ ਹੋਵੋ, ਔਰ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਉਹਦਾ ਰਾਹ ਜਾਣਦੇ ਹੋ। ਥੋਮਾ ਨੇ ਉਹਨੂੰ ਆਖਿਆ, ਪ੍ਰਭੂ ਜੀ ਸਾਨੂੰ ਇਹੋ ਪਤਾ ਨਹੀਂ ਤੂੰ ਕਿੱਥੇ ਜਾਂਦਾ ਹੈ, ਫਿਰ ਰਾਹ ਕੀ ਕੁਰ ਜਾਣੀਏ। ਯੀਸ਼ੂ ਨੇ ਉਹਨੂੰ ਆਖਿਆ, ਰਾਹ ਹੋਰ ਕੀ ਅਤੇ ਸੱਚਾਈ ਹੋਰ ਕੀ ਹੈ ਅਤੇ ਜਿਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਕੋਲ ਨਹੀਂ ਆਉਂਦਾ। ਸਦੀਪਕ ਸਵਰਗ ਦੇ ਰਾਜ ਵਿੱਚ ਜਾਣ ਲਈ ਜਿੱਥੇ ਪਰਮੇਸ਼ਵਰ ਰਹਿੰਦੇ ਹਨ, ਸਾਨੂੰ ਯੀਸ਼ੂ ਮਸੀਹ ਦੁਆਰਾ ਜਾਣਾ ਚਾਹੀਦਾ ਹੈ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਅਸੀਂ ਜੋ ਪੜ੍ਹਦੇ ਹਾਂ ਉਸ ਦੇ ਅਨੁਸਾਰ ਆਤਮਾ ਤੇ ਲਾੜੀ ਸਾਡੀ ਅਗਵਾਈ ਕਰਦੇ ਹੋਏ ਕਹਿੰਦੇ ਹਨ, ਹੋਰ ਕੋਈ ਰਾਹ ਨਹੀਂ, ਦੂਸਰਾ ਰਾਹ ਨਾ ਦੇਖੋ। ਉਹ ਕੁਝ ਹੋਰ ਨਹੀਂ ਬਲਕਿ ਫਰੇਬ ਹੈ। ਆਪਣੀਆਂ ਅੱਖਾਂ ਮੇਰੇ ਉੱਤੇ ਲਗਾਓ ਅਤੇ ਮੇਰੇ ਕੋਲ ਆਓ। ਮੈਂ ਰਾਹ ਹਾਂ ਜੋ ਤੁਹਾਨੂੰ ਚਾਹੀਦਾ ਹੈ। ਵਿਸ਼ਵਾਸ ਦੇ ਰਾਹ ਉੱਤੇ ਚੱਲਦੇ ਸਮੇਂ ਜੇਕਰ ਤੁਸੀਂ ਨਿਰਾਸ਼ਾ ਮਹਿਸੂਸ ਕਰਦੇ ਹੋ, ਜਿਵੇਂ ਕਿ ਤੁਸੀਂ ਬੇਅੰਤ ਸਮੁੰਦਰ ਉੱਤੇ ਤੈਰ ਰਹੇ ਹੋ, ਜਾਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਤੁਸੀਂ ਭਟਕ ਰਹੇ ਹੋ, ਜਿਵੇਂ ਕਿ ਤੁਸੀਂ ਜੰਗਲ ਵਿੱਚ ਗੁਆਚ ਗਏ ਹੋ ਜੋ ਕਦੇ ਖਤਮ ਨਹੀਂ ਹੁੰਦਾ, ਭਾਵੇਂ ਤੁਸੀਂ ਕਿੰਨਾ ਵੀ ਚੱਲੋ, ਜਾਂ ਗੁਆਚਿਆ ਹੋਇਆ ਮਹਿਸੂਸ ਕਰੋ, ਜਿਵੇਂ ਕਿ ਤੁਸੀਂ ਬੇਅੰਤ ਮਾਰੂਥਲ ਵਿੱਚ ਚੱਲ ਰਹੇ ਹੋ, ਤੁਹਾਨੂੰ ਇਹਨਾਂ ਸਥਿਤੀਆਂ ਉੱਤੇ ਧਿਆਨ ਕੇਂਦਰਿਤ ਨਹੀਂ ਕਰਨਾ ਚਾਹੀਦਾ। ਮੈਨੂੰ ਲੱਗਦਾ ਹੈ ਕਿ ਤੁਹਾਡੇ ਵਿਸ਼ਵਾਸ ਦੇ ਜੀਵਨ ਵਿੱਚ ਇਹ ਪਲ ਹੋ ਸਕਦਾ ਹੈ ਜਦੋਂ ਤੁਹਾਡੀ ਪ੍ਰੀਖਿਆ ਦੁਆਰਾ ਜਾਂਚ ਕੀਤੀ ਜਾਂਦੀ ਹੈ ਜੋ ਦੁਨੀਆ ਦੇ ਸਾਰੇ ਲੋਕਾਂ ਉੱਤੇ ਆਉਂਦੀ ਹੈ। ਤਾਂ ਕਿਰਪਾ ਪਿਤਾ ਵੱਲ ਦੇਖੋ ਅਤੇ ਕਿਰਪਾ ਮਾਤਾ ਵੱਲ ਦੇਖੋ। ਜੇਕਰ ਤੁਸੀਂ ਜਾਣਦੇ ਕਿ ਮੈਂ ਕੌਣ ਹਾਂ ਤਾਂ ਤੁਸੀਂ ਸਾਰੇ ਆ ਕੇ ਮੇਰੇ ਤੋਂ ਮੰਗਦੇ। ਜੇਕਰ ਤੁਸੀਂ ਜਾਣਦੇ ਕਿ ਮੈਂ ਕੌਣ ਹਾਂ ਤਾਂ ਤੁਸੀਂ ਸਾਰੇ ਆਉਂਦੇ ਅਤੇ ਮੈਨੂੰ ਲੱਭਦੇ। ਲੋਕ ਇਹ ਸੋਚ ਸਕਦੇ ਹਨ ਕਿ ਜੇਕਰ ਯੀਸ਼ੂ ਜੋ 2000 ਸਾਲ ਪਹਿਲਾਂ ਆਏ ਸੀ ਫਿਰ ਤੋਂ ਇਸ ਧਰਤੀ ਉੱਤੇ ਆਉਂਦੇ ਹਨ ਤਾਂ ਸਾਰੀਆਂ ਮੁਸ਼ਕਲਾਂ, ਧਾਰਮਿਕ ਸਮੱਸਿਆਵਾਂ ਇੱਕ ਪਲ ਵਿੱਚ ਹੱਲ ਹੋ ਜਾਣਗੀਆਂ। ਪਰ 2000 ਸਾਲ ਪਹਿਲਾਂ ਯੀਸ਼ੂ ਪਹਿਲਾਂ ਹੀ ਇਸ ਧਰਤੀ ਉੱਤੇ ਆ ਚੁੱਕੇ ਹਨ, ਪਰ ਧਾਰਮਿਕ ਬਹਿਸ ਅਤੇ ਵੰਡ ਅਜੇ ਵੀ ਬਰਕਰਾਰ ਹੈ। ਕੁਝ ਨਹੀਂ ਬਦਲਿਆ ਹੈ। ਈਸਾਈ ਲੋਕ ਇੰਟਰਨੈਟ ਤੇ ਖਤਰਨਾਕ ਅਫਵਾਹਾਂ ਫੈਲਾਉਂਦੇ ਹੋਏ ਯੀਸ਼ੂ ਦੀ ਨਿੰਦਾ ਕਰਦੇ ਹਨ ਜੋ ਦੂਸਰੀ ਵਾਰ ਆਏ ਹਨ, ਅਤੇ ਜਨਤਕ ਰਾਏ ਦੁਆਰਾ ਸੱਚੇ ਚਰਚ ਨੂੰ ਅਸਵੀਕਾਰ ਕਰਦੇ ਹਨ। ਇੱਕ ਚੀਜ਼ ਵੀ ਨਹੀਂ ਬਦਲੀ ਹੈ। ਹਾਲਾਂਕਿ ਜੇਕਰ ਅਸੀਂ ਪਿਤਾ ਜੀ ਅਤੇ ਮਾਤਾ ਜੀ ਨੂੰ ਰਸੂਲ ਪਤਰਸ, ਯਹੂਨਾ ਅਤੇ ਪੌਲੁਸ ਵਾਂਗ ਵਿਸ਼ਵਾਸ ਨਾਲ ਦੇਖਦੇ ਹਾਂ, ਜੋ ਪੂਰੀ ਤਰ੍ਹਾਂ ਵਿਸ਼ਵਾਸ ਕਰਦੇ ਸੀ ਕਿ ਗਿਆਨ ਅਤੇ ਬੁੱਧੀ ਨਾਲ ਸਾਰੇ ਖਜ਼ਾਨੇ ਮਸੀਹ ਵਿੱਚ ਲੁਕੇ ਹੋਏ ਹਨ, ਤਾਂ ਅਸੀਂ ਸਵਰਗ ਵਿੱਚ ਵਾਪਸ ਜਾਣ ਦਾ ਸਹੀ ਰਸਤਾ ਪਾ ਸਕਦੇ ਹਾਂ। ਬਾਈਬਲ ਦੀਆਂ 66 ਪੁਸਤਕਾਂ ਸਾਨੂੰ ਸਹੀ ਦਿਸ਼ਾਵਾਂ ਸਿਖਾਉਂਦੀਆਂ ਹਨ ਜੋ ਸਾਨੂੰ ਸਵਰਗ ਵੱਲ ਲੈ ਜਾਂਦੀ ਹੈ। ਜਦ ਰਸੂਲ ਪਤਰਸ ਖੁੱਲੇ ਸਮੁੰਦਰ ਵਿੱਚ ਸੀ ਤਾਂ ਉਸ ਨੂੰ ਰਸਤਾ ਕਿਵੇਂ ਮਿਲਿਆ? ਜਦੋਂ ਰਸੂਲ ਯਹੂਨਾ ਖੁੱਲੇ ਸਮੁੰਦਰ ਵਿੱਚ ਸੀ ਤਾਂ ਉਸ ਨੂੰ ਰਸਤਾ ਕਿਵੇਂ ਮਿਲਿਆ? ਜਦੋਂ ਰਸੂਲ ਪੌਲੁਸ ਜੰਗਲ ਵਿੱਚ ਗੁਆਚ ਗਿਆ ਸੀ ਤਾਂ ਉਸ ਨੂੰ ਰਸਤਾ ਕਿਵੇਂ ਮਿਲਿਆ? ਉਹਨਾਂ ਸਾਰਿਆਂ ਨੂੰ ਇੱਕੋ ਤਰੀਕੇ ਨਾਲ ਸਹੀ ਰਸਤਾ ਮਿਲਿਆ। ਉਹਨਾਂ ਸਾਰਿਆਂ ਨੇ ਪਰਮੇਸ਼ਵਰ ਦੇ ਵਚਨ ਦਾ ਪਾਲਨ ਕੀਤਾ, ਮੇਰੇ ਕੋਲ ਆਓ। ਸਾਡੇ ਲਈ ਜੋ ਅਸੀਂ ਪਵਿੱਤਰ ਆਤਮਾ ਦੇ ਯੁੱਗ ਵਿੱਚ ਜੀ ਰਹੇ ਹਾਂ, ਸਾਨੂੰ ਆਤਮਾ ਤੇ ਲਾੜੀ ਦੀਆਂ ਆਵਾਜ਼ਾਂ ਨੂੰ ਸੁਣਨਾ ਚਾਹੀਦਾ ਹੈ ਅਤੇ ਉਹਨਾਂ ਦੀਆਂ ਸਿੱਖਿਆਵਾਂ ਦਾ ਪਾਲਨ ਕਰਦੇ ਹੋਏ ਜਿੱਥੇ ਕਿਤੇ ਵੀ ਉਹ ਸਾਨੂੰ ਲੈ ਜਾਂਦੇ ਹਨ ਉਹਨਾਂ ਦਾ ਪਾਲਨ ਕਰਨਾ ਚਾਹੀਦਾ ਹੈ। ਜੀਵਨ ਨਾਮ ਦੇ ਇਸ ਬੇਅੰਤ ਸਮੁੰਦਰ ਉੱਤੇ ਨਿਰਾਸ਼ ਜਾਂ ਦੁਖੀ ਹੋਏ ਬਿਨਾਂ ਇਹਨਾਂ ਹਾਲਾਤਾਂ ਤੋਂ ਬਚਣ ਦਾ ਇੱਕੋ ਇੱਕ ਰਸਤਾ ਹੈ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਵਿੱਚ ਲਿਖਿਆ ਹੈ, ਉਸ ਕਲੀਸਿਆ ਵਿੱਚ ਆਓ ਜਿੱਥੇ ਆਤਮਾ ਤੇ ਲਾੜੀ ਹਨ। ਪ੍ਰਕਾਸ਼ ਦੀ ਪੋਥੀ ਅਧਿਆਇ 14 ਵਚਨ 1 ਦੇ ਅਨੁਸਾਰ ਲੇਲਾ ਕਿੱਥੇ ਹੈ? ਬਾਈਬਲ ਕਹਿੰਦੀ ਹੈ ਕਿ ਜਿੱਥੇ ਕਿਤੇ ਪਵਿੱਤਰ ਆਤਮਾ ਨਿਵਾਸ ਕਰਦਾ ਹੈ ਉਹ ਸਿਯੋਨ ਹੈ। ਇਸ ਲਈ ਜਲਦੀ ਸਿਯੋਨ ਵਿੱਚ ਆਉਣਾ ਅਤੇ ਪਿਤਾ ਅਤੇ ਮਾਤਾ ਜੀ ਨੂੰ ਪਾਉਣਾ ਪਰਮੇਸ਼ਵਰ ਦੀ ਮਰਜ਼ੀ ਹੈ। ਆਓ ਜ਼ਬੂਰਨ ਦੀ ਪੋਥੀ ਅਧਿਆਇ 24 ਵਚਨ 1 ਦੇਖੀਏ। ਧਰਤੀ ਅਤੇ ਉਸ ਦੀ ਭਰਪੂਰੀ ਯਹੋਵਾ ਦੀ ਹੈ, ਜਗਤ ਅਤੇ ਉਸ ਦੇ ਨਿਵਾਸੀ। ਉਸ ਨੇ ਉਸ ਦੀ ਨੀਂਹ ਸਮੁੰਦਰਾਂ ਉੱਤੇ ਰੱਖੀ ਅਤੇ ਉਸ ਨੂੰ ਵਗਦੇ ਪਾਣੀਆਂ ਉੱਤੇ ਕਾਇਮ ਕੀਤਾ। ਯਹੋਵਾ ਦੇ ਪਹਾੜ ਉੱਤੇ ਕੌਣ ਚੜ੍ਹੇਗਾ ਅਤੇ ਉਸ ਦੇ ਪਵਿੱਤਰ ਅਸਥਾਨ ਵਿੱਚ ਕੌਣ ਖੜਾ ਹੋਵੇਗਾ? ਯਹੋਵਾ ਦੇ ਪਹਾੜ ਉੱਤੇ ਕੌਣ ਚੜ੍ਹ ਸਕਦਾ ਹੈ ਅਤੇ ਉਸ ਦੇ ਪਵਿੱਤਰ ਅਸਥਾਨ ਵਿੱਚ ਕੌਣ ਖੜਾ ਹੋ ਸਕਦਾ ਹੈ? ਪ੍ਰਕਾਸ਼ ਦੀ ਪੋਥੀ 14 ਵਿੱਚ ਅਸੀਂ ਦੇਖ ਸਕਦੇ ਹਾਂ ਕਿ ਲੋਕ ਸਿਯੋਨ ਪਹਾੜ ਉੱਤੇ ਲੇਲੇ ਨਾਲ ਖੜੇ ਹਨ।
ਉਹਨਾਂ ਕੋਲ ਕਿਸ ਤਰ੍ਹਾਂ ਦੀ ਖਾਸੀਅਤ ਹੈ? ਉਹਨਾਂ ਕੋਲ ਵਿਸ਼ਵਾਸ ਹੈ ਜੋ ਉਹਨਾਂ ਨੂੰ ਲੇਲੇ ਦਾ ਪਾਲਨ ਕਰਨ ਵਿੱਚ ਸਫਲ ਬਣਾਉਂਦਾ ਹੈ। ਜਿੱਥੇ ਵੀ ਉਹ ਉਹਨਾਂ ਨੂੰ ਲੈ ਜਾਂਦੇ ਹਨ, ਇਹ ਲੋਕ ਕਦੇ ਗੁੰਮ ਨਹੀਂ ਹੋਣਗੇ, ਕਿਉਂਕਿ ਇਹਨਾਂ ਲੋਕਾਂ ਦੀਆਂ ਨਜ਼ਰਾਂ ਹਮੇਸ਼ਾ ਪਿਤਾ ਜੀ ਅਤੇ ਮਾਤਾ ਜੀ ਉੱਤੇ ਲੱਗੀਆਂ ਰਹਿੰਦੀਆਂ ਹਨ ਅਤੇ ਉਹਨਾਂ ਦੇ ਰਾਹ ਉੱਤੇ ਚੱਲਦੇ ਹਨ। ਇਸ ਲਈ ਉਹ ਕਦੇ ਵੀ ਆਪਣਾ ਰਾਹ ਨਹੀਂ ਗਵਾ ਸਕਦੇ। ਪਰ ਬਾਕੀ ਸਭ ਗਵਾਚ ਗਏ ਹਨ, ਆਲੇ ਦੁਆਲੇ ਭਟਕ ਰਹੇ ਹਨ। ਉਹ ਖੁਦ ਤੋਂ ਪੁੱਛਦੇ ਹਨ ਕਿ ਇਹੀ ਸਹੀ ਤਰੀਕਾ ਹੈ ਜਾਂ ਉਹ ਸਹੀ ਤਰੀਕਾ ਹੈ। ਉਹ ਚਾਰੋਂ ਦਿਸ਼ਾਵਾਂ ਵੱਲ ਦੇਖਦੇ ਹਨ, ਸਹੀ ਰਾਹ ਦੀ ਭਾਲ ਵਿੱਚ ਸਮੁੰਦਰ ਤੋਂ ਸਮੁੰਦਰ ਤੱਕ ਭਟਕਦੇ ਫਿਰਦੇ ਹਨ, ਪਰ ਅੰਤ ਵਿੱਚ ਉਹ ਸਾਰੇ ਅਸਫਲ ਹੋ ਜਾਂਦੇ ਹਨ। ਜਦੋਂ ਆਤਮਾ ਤੇ ਲਾੜੀ ਸਾਨੂੰ ਆਓ ਕਹਿੰਦੇ ਹੋਏ ਆਖਦੇ ਹਨ, ਤਦ ਸਾਨੂੰ ਉਹਨਾਂ ਦੀਆਂ ਆਵਾਜ਼ਾਂ ਦੀ ਸਹੀ ਢੰਗ ਨਾਲ ਪਛਾਣ ਕਰਨੀ ਚਾਹੀਦੀ ਹੈ। ਸਾਨੂੰ ਆਪਣੀਆਂ ਅੱਖਾਂ ਹਮੇਸ਼ਾ ਸਵਰਗੀ ਪਿਤਾ ਜੀ ਅਤੇ ਸਵਰਗੀ ਮਾਤਾ ਜੀ ਉੱਤੇ ਲਗਾ ਕੇ ਰੱਖਣੀ ਚਾਹੀਦੀ ਹੈ। ਭਾਵੇਂ ਅਸੀਂ ਬਹੁਤ ਸਾਰੀਆਂ ਉਲਝਣਾਂ ਦਾ ਸਾਹਮਣਾ ਕਰਦੇ ਹਾਂ ਜੋ ਸਾਡੀਆਂ ਆਤਮਾਵਾਂ ਨੂੰ ਭਟਕਾਉਣ ਦਾ ਕਾਰਨ ਬਣਦੀਆਂ ਹਨ, ਸਾਨੂੰ ਆਤਮਾ ਤੇ ਲਾੜੀ ਦਾ ਪਾਲਨ ਕਰਨਾ ਚਾਹੀਦਾ ਹੈ ਜਿੱਥੇ ਕਿਤੇ ਉਹ ਜਾਂਦੇ ਹਨ। ਜੇਕਰ ਅਸੀਂ ਭਟਕ ਜਾਂਦੇ ਹਾਂ ਅਤੇ ਗਲਤ ਸਥਾਨ ਦੇਖਦੇ ਹਾਂ ਜਦ ਕਿ ਉਹ ਸੱਜੇ ਪਾਸੇ ਜਾ ਰਹੇ ਹਨ, ਤਾਂ ਅਸੀਂ ਪਿੱਛੇ ਰਹਿ ਜਾਵਾਂਗੇ। ਸਾਨੂੰ ਅਜਿਹੀ ਮੂਰਖਤਾ ਕਦੇ ਨਹੀਂ ਕਰਨੀ ਚਾਹੀਦੀ। ਜਿੱਥੇ ਵੀ ਉਹ ਸਾਨੂੰ ਲੈ ਜਾਣ, ਸਾਨੂੰ ਹਮੇਸ਼ਾ ਉਹਨਾਂ ਦਾ ਪਾਲਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਆਓ ਵਚਨ 3 ਨੂੰ ਫਿਰ ਤੋਂ ਦੇਖੀਏ। ਯਹੋਵਾ ਦੇ ਪਹਾੜ ਉੱਤੇ ਕੌਣ ਚੜ੍ਹੇਗਾ ਅਤੇ ਉਸ ਦੇ ਪਵਿੱਤਰ ਸਥਾਨ ਵਿੱਚ ਕੌਣ ਖੜਾ ਹੋਵੇਗਾ? ਵਚਨ 4 ਕਹਿੰਦਾ ਹੈ, ਉਹ ਜਿਸ ਦੇ ਹੱਥ ਪਾਕ ਅਤੇ ਮਨ ਪਵਿੱਤਰ ਹੈ ਅਤੇ ਜਿਸ ਨੇ ਆਪਣਾ ਜੀਵ ਫਰੇਬ ਵੱਲ ਨਹੀਂ ਲਾਇਆ। ਸਾਨੂੰ ਸੋਚਣਾ ਚਾਹੀਦਾ ਹੈ, ਮੈਂ ਪਰਮੇਸ਼ਵਰ ਨੂੰ ਖੁਸ਼ ਕਰਨ ਲਈ ਕੀ ਕਰ ਸਕਦਾ ਹਾਂ? ਜਦ ਮੈਂ ਸਵਰਗ ਵਿੱਚ ਜਾਂਦਾ ਹਾਂ ਤਦ ਮੈਨੂੰ ਕੀ ਇਨਾਮ ਮਿਲੇਗਾ? ਸਾਡਾ ਸਵਰਗੀ ਦੇਸ਼ ਕਿਵੇਂ ਦਾ ਹੋਵੇਗਾ? ਬਾਈਬਲ ਕਹਿੰਦੀ ਹੈ ਕਿ ਉੱਥੇ ਕੋਈ ਮੌਤ ਜਾਂ ਸੋਗ ਨਹੀਂ ਹੈ, ਪਰ ਸਿਰਫ ਸਦੀਪਕ ਜੀਵਨ, ਆਸ਼ੀਸ਼ ਅਤੇ ਮਹਿਮਾ ਹੈ। ਮੈਂ ਸੱਚਮੁੱਚ ਉਸ ਸਥਾਨ ਉੱਤੇ ਜਲਦੀ ਤੋਂ ਜਲਦੀ ਜਾਣਾ ਚਾਹੁੰਦਾ ਹਾਂ। ਜੋ ਲੋਕ ਹਮੇਸ਼ਾ ਸਵਰਗ ਦੀ ਆਸ ਰੱਖਦੇ ਹਨ, ਉਹ ਆਪਣੀ ਆਤਮਾ ਨੂੰ ਵਿਅਰਥ ਗੱਲਾਂ ਵੱਲ ਨਹੀਂ ਲਗਾਉਂਦੇ। ਕਿ ਸਿਰਫ ਇਹੀ ਲੋਕ ਨਹੀਂ ਹਨ ਜੋ ਉਸ ਸਹੀ ਦਿਸ਼ਾ ਦਾ ਪਾਲਨ ਕਰਨ ਵਿੱਚ ਸਫਲ ਹੋਣਗੇ ਜਿਸ ਉੱਤੇ ਆਤਮਾ ਤੇ ਲਾੜੀ ਉਹਨਾਂ ਦੀ ਅਗਵਾਈ ਕਰ ਰਹੇ ਹਨ। ਉਹ ਜਿਸ ਦੇ ਹੱਥ ਪਾਕ ਅਤੇ ਮਨ ਪਵਿੱਤਰ ਹੈ ਅਤੇ ਜਿਸ ਨੇ ਆਪਣਾ ਜੀਵ ਫਰੇਬ ਵੱਲ ਨਹੀਂ ਲਾਇਆ ਅਤੇ ਛਲਣ ਲਈ ਸੌ ਨਹੀਂ ਖਾਧੀ। ਵਚਨ 5, ਉਸ ਨੂੰ ਯਹੋਵਾ ਵੱਲੋਂ ਬਰਕਤ ਅਤੇ ਆਪਣੇ ਮੁਕਤੀਦਾਤੇ ਪਰਮੇਸ਼ਵਰ ਕੋਲੋਂ ਧਰਮ ਮਿਲੇਗਾ। ਇਹ ਪੀੜ੍ਹੀ ਉਹਦੇ ਤਾਲਿਬਾਂ ਦੀ ਹੈ ਜਿਹੜੀ ਤੇਰੇ ਦਰਸ਼ਨ ਭਾਲਦੀ ਹੈ। ਹੇ ਯਾਕੂਬ, ਸਾਨੂੰ ਹਮੇਸ਼ਾ ਪਰਮੇਸ਼ਵਰ ਦੀ ਭਾਲ ਕਰਨੀ ਚਾਹੀਦੀ ਹੈ, ਪਰਮੇਸ਼ਵਰ ਦੀ ਮਰਜ਼ੀ ਨੂੰ ਲੱਭਣਾ ਚਾਹੀਦਾ ਅਤੇ ਸੋਚਣਾ ਚਾਹੀਦਾ ਹੈ, ਮੈਂ ਪਰਮੇਸ਼ਵਰ ਨੂੰ ਖੁਸ਼ ਕਰਨ ਲਈ ਕੀ ਕਰ ਸਕਦਾ ਹਾਂ? ਕੀ ਮੈਂ ਹੁਣ ਆਗਿਆਕਾਰੀ ਮਨ ਨਾਲ ਸਹੀ ਰਾਹ ਉੱਤੇ ਚੱਲ ਰਿਹਾ ਹਾਂ? ਕੀ ਮੈਂ ਪਰਮੇਸ਼ਵਰ ਦੀ ਆਵਾਜ਼ ਨਾਲ ਪੂਰੀ ਤਰ੍ਹਾਂ ਜਾਗਰੂਕ ਹਾਂ ਜਾਂ ਕਿ ਮੈਂ ਉਹਨਾਂ ਦੀ ਆਵਾਜ਼ ਨਾਲ ਲਾਪਰਵਾਹ ਹੋ ਰਿਹਾ ਹਾਂ? ਸਾਨੂੰ ਇਹਨਾਂ ਮਾਮਲਿਆਂ ਉੱਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਬਾਈਬਲ ਦੀ ਭਵਿੱਖਬਾਣੀ ਦੇ ਅਨੁਸਾਰ ਇਸ ਯੁੱਗ ਵਿੱਚ ਧਰਤੀ ਉੱਤੇ ਦੇਸ਼-ਦੇਸ਼ ਦੇ ਲੋਕਾਂ ਨੂੰ ਸਮੱਸਿਆ ਹੋਵੇਗੀ ਅਤੇ ਘਬਰਾ ਜਾਣਗੇ। ਇਹ ਭਵਿੱਖਬਾਣੀ ਲੂਕਾ ਅਧਿਆਇ 21 ਵਿੱਚ ਦਰਜ ਹੈ। ਸਾਨੂੰ ਇਸ ਸਥਿਤੀ ਵਿੱਚ ਕਦੇ ਵੀ ਆਪਣੀ ਦਿਸ਼ਾ ਨਹੀਂ ਗੁਆਉਣੀ ਚਾਹੀਦੀ। ਅਸੀਂ ਆਪਣੀ ਦਿਸ਼ਾ ਕਦੇ ਨਹੀਂ ਗੁਆਵਾਂਗੇ ਕਿਉਂਕਿ ਪਰਮੇਸ਼ਵਰ ਸਾਡਾ ਰਾਹ ਹੈ ਅਤੇ ਪਰਮੇਸ਼ਵਰ ਦਾ ਵਚਨ ਸਾਡੀ ਅਗਵਾਈ ਕਰ ਰਿਹਾ ਹੈ ਅਤੇ ਸਾਨੂੰ ਸਵਰਗ ਦੇ ਰਾਜ ਵੱਲ ਲੈ ਜਾ ਰਿਹਾ ਹੈ। ਬਾਈਬਲ ਸਾਨੂੰ ਪਵਿੱਤਰ ਆਤਮਾ ਨੂੰ ਅਤੇ ਲਾੜੀ ਨਵੀਂ ਯਰੂਸ਼ਲਮ ਸਵਰਗੀ ਮਾਤਾ ਜੀ ਨੂੰ ਲੱਭਣ ਲਈ ਕਹਿੰਦੀ ਹੈ ਜੋ ਸਿਯੋਨ ਵਿੱਚ ਰਹਿੰਦੇ ਹਨ, ਤਾਂ ਜੋ ਅਸੀਂ ਸਵਰਗੀ ਸੰਤਾਨ ਬਣ ਸਕੀਏ ਜੋ ਸਦੀਪਕ ਜੀਵਨ ਅਤੇ ਸਵਰਗ ਦੇ ਰਾਜ ਵੱਲ ਲੈ ਜਾਣ ਵਾਲੀ ਸਹੀ ਦਿਸ਼ਾ ਦਾ ਪਾਲਨ ਕਰਨਗੀ। ਭਾਵੇਂ ਇਸ ਦੁਨੀਆ ਵਿੱਚ ਅਸੀਂ ਅਜਿਹੀ ਸਥਿਤੀਆਂ ਦਾ ਸਾਹਮਣਾ ਕਰ ਸਕਦੇ ਹਾਂ ਜੋ ਸਾਡੇ ਲਈ ਸਮੱਸਿਆ, ਪਰੇਸ਼ਾਨੀ ਅਤੇ ਮੁਸ਼ਕਲ ਦਾ ਕਾਰਨ ਬਣਦੀ ਹੈ। ਮੈਨੂੰ ਆਸ ਹੈ ਕਿ ਸਵਰਗ ਦੀ ਸੰਤਾਨ ਦੇ ਰੂਪ ਵਿੱਚ ਅਸੀਂ ਸਾਰੇ ਸਵਰਗੀ ਪਿਤਾ ਜੀ ਅਤੇ ਮਾਤਾ ਜੀ ਨੂੰ ਪ੍ਰਾਪਤ ਕਰਾਂਗੇ। ਪਿਤਾ ਜੀ ਅਤੇ ਮਾਤਾ ਜੀ ਜਿੱਥੇ ਵੀ ਹੋਣ, ਆਓ ਅਸੀਂ ਹਮੇਸ਼ਾ ਉਸ ਦਿਸ਼ਾ ਵੱਲ ਅੱਗੇ ਵਧੀਏ। ਸਦੀਪਕ ਸਵਰਗ ਦਾ ਰਾਜ ਨੇੜੇ ਆ ਰਿਹਾ ਹੈ। ਜਿਵੇਂ ਕਿ ਮੈਂ ਪਹਿਲਾਂ ਕਿਹਾ, ਸਿਵਲ ਸੇਵਾ ਪ੍ਰੀਖਿਆ ਪਾਸ ਹੋਣ ਵਾਲੇ ਲੋਕ ਸਰਕਾਰੀ ਅਧਿਕਾਰੀ ਬਣ ਜਾਂਦੇ ਹਨ। ਜੋ ਲੋਕ ਸਵਰਗੀ ਸ਼ਾਹੀ ਜਾਜਕ ਦੀ ਪ੍ਰੀਖਿਆ ਪਾਸ ਕਰਦੇ ਹਨ, ਉਹ ਬਹੁਤ ਜਲਦੀ ਸ਼ਾਹੀ ਜਾਜਕ ਬਣ ਜਾਣਗੇ। ਪ੍ਰੀਖਿਆ ਉਹਨਾਂ ਲੋਕਾਂ ਤੋਂ ਵੱਖ ਕਰਨ ਦੀ ਇੱਕ ਪ੍ਰਤੀਕਿਰਿਆ ਹੈ ਜੋ ਯੋਗ ਹਨ ਅਤੇ ਜੋ ਨਹੀਂ ਹਨ। ਹੁਣ ਤੱਕ ਸਿਯੋਨ ਦੀਆਂ ਸਾਰੀਆਂ ਸੰਤਾਨਾਂ ਵਿਸ਼ਵਾਸ ਨਾਲ ਪਿਤਾ ਜੀ ਅਤੇ ਮਾਤਾ ਜੀ ਦੇ ਰਾਹ ਦਾ ਕਿਰਪਾਪੂਰਨ ਪਾਲਨ ਕਰ ਰਹੀਆਂ ਹਨ। ਕਿ ਪਰਮੇਸ਼ਵਰ ਨਹੀਂ ਕਹਿੰਦੇ ਕਿ ਸਾਨੂੰ ਉਹਨਾਂ ਦੇ ਹੁਕਮਾਂ ਵਿੱਚ ਬਿਨਾਂ ਕੁਝ ਵਧਾਏ ਜਾਂ ਘਟਾਏ ਉਹਨਾਂ ਦਾ ਪਾਲਨ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਖੁੱਲੇ ਸਮੁੰਦਰ ਵਿੱਚ ਨਾ ਗੁਆਚ ਜਾਈਏ।
ਜੇਕਰ ਅਸੀਂ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਣ ਨਹੀਂ ਕਰਦੇ ਤਾਂ ਵੀ ਇਸ ਦਾ ਪਰਮੇਸ਼ਵਰ ਉੱਤੇ ਕੋਈ ਅਸਰ ਨਹੀਂ ਪਵੇਗਾ। ਕੀ ਇਹ ਆਯੂਬ ਦੀ ਪੁਸਤਕ ਵਿੱਚ ਨਹੀਂ ਲਿਖਿਆ ਹੈ? ਇਹ ਕਹਿੰਦਾ ਹੈ ਕਿ ਜੇਕਰ ਅਸੀਂ ਧਰਮੀ ਹਾਂ ਜਾਂ ਦੁਸ਼ਟ ਤਾਂ ਪਰਮੇਸ਼ਵਰ ਦਾ ਕੀ ਵਿਗੜਦਾ ਹੈ? ਇਹ ਉਹਨਾਂ ਨੂੰ ਬਿਲਕੁਲ ਵੀ ਪ੍ਰਭਾਵਿਤ ਨਹੀਂ ਕਰਦਾ। ਇਹ ਕਿਸੇ ਵੀ ਸਥਿਤੀ ਵਿੱਚ ਪਰਮੇਸ਼ਵਰ ਨੂੰ ਪ੍ਰਭਾਵਿਤ ਨਹੀਂ ਕਰਦਾ, ਪਰ ਇਹ ਸਾਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਕਰਦਾ ਹੈ। ਸਵਰਗ ਜਾਣ ਦੇ ਰਾਹ ਉੱਤੇ ਸਾਨੂੰ ਹਮੇਸ਼ਾ ਪਿਤਾ ਅਤੇ ਮਾਤਾ ਜੀ ਦੇ ਵਚਨ ਦਾ ਪਾਲਣ ਕਰਨਾ ਚਾਹੀਦਾ ਹੈ। ਜਦੋਂ ਵੀ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ, ਸਾਨੂੰ ਬਾਈਬਲ ਦਾ ਅਧਿਐਨ ਕਰਨਾ ਚਾਹੀਦਾ ਹੈ ਕਿ ਸਾਡੇ ਵਿਸ਼ਵਾਸ ਦੇ ਪੁਰਖਿਆਂ ਨੇ ਕਿਵੇਂ ਸਾਰੀਆਂ ਮੁਸ਼ਕਲਾਂ ਉੱਤੇ ਜਿੱਤ ਪ੍ਰਾਪਤ ਕੀਤੀ, ਕਿਵੇਂ ਦਾਨੀਏਲ ਨੇ ਵਿਪਤਾਵਾਂ ਉੱਤੇ ਜਿੱਤ ਪ੍ਰਾਪਤ ਕੀਤੀ, ਕਿਵੇਂ ਯੂਸੁਫ ਨੇ ਅਣਉਚਿਤ ਸਥਿਤੀਆਂ ਉੱਤੇ ਜਿੱਤ ਪ੍ਰਾਪਤ ਕੀਤੀ, ਅਤੇ ਕਿਵੇਂ ਰਸੂਲ ਪਤਰਸ, ਪੌਲੁਸ ਅਤੇ ਯਹੂਨਾ ਨੇ ਅਤਿਆਚਾਰ ਉੱਤੇ ਜਿੱਤ ਪ੍ਰਾਪਤ ਕੀਤੀ। ਇੱਥੋਂ ਤੱਕ ਕਿ ਖੁਦ ਯੀਸ਼ੂ ਨੇ ਵੀ ਆਪਣੀਆਂ ਉਦਾਹਰਨਾਂ ਦੁਆਰਾ ਸਾਨੂੰ ਸਿਖਾਇਆ ਕਿ ਕਿਵੇਂ ਹਰ ਮੁਸ਼ਕਲ ਉੱਤੇ ਜਿੱਤ ਪ੍ਰਾਪਤ ਕਰੀਏ। ਸਾਨੂੰ ਵਿਸ਼ਵਾਸ ਦੇ ਪੁਰਖਿਆਂ ਦੁਆਰਾ ਇਹ ਸਿੱਖਦੇ ਰਹਿਣਾ ਚਾਹੀਦਾ ਹੈ ਕਿ ਮੁਸ਼ਕਲਾਂ ਉੱਤੇ ਕਿਵੇਂ ਜਿੱਤ ਪ੍ਰਾਪਤ ਕਰੀਏ। ਨੂਹ ਕਿਸ ਤਰ੍ਹਾਂ ਦੇ ਰਾਹ ਉੱਤੇ ਚੱਲਿਆ, ਅਬਰਾਹਮ ਕਿਸ ਤਰ੍ਹਾਂ ਦੇ ਰਾਹ ਉੱਤੇ ਚੱਲਿਆ, ਪਤਰਸ, ਯਹੂਨਾ ਅਤੇ ਯਾਕੂਬ ਨੇ ਕਿਸ ਤਰ੍ਹਾਂ ਦੇ ਰਾਹ ਉੱਤੇ ਚੱਲਦੇ ਹੋਏ ਯੀਸ਼ੂ ਨੂੰ ਸਵੀਕਾਰ ਕੀਤਾ, ਅਤੇ ਰਸੂਲ ਪੌਲੁਸ ਕਿਸ ਤਰ੍ਹਾਂ ਦੇ ਰਾਹ ਉੱਤੇ ਚੱਲਿਆ। ਇਬਰਾਨੀਆਂ ਅਧਿਆਇ 11 ਵਿੱਚ ਲਿਖੇ ਗਏ ਇਹਨਾਂ ਵਚਨਾਂ ਦੀ ਹਮੇਸ਼ਾ ਜਾਂਚ ਕਰੋ ਕਿ ਪਹਿਲੇ ਚਰਚ ਦੇ ਸੰਤਾਂ ਨੇ ਬਹੁਤ ਮਿਹਨਤ ਕੀਤੀ ਅਤੇ ਬਹੁਤ ਦੁੱਖ ਝੱਲਿਆ, ਅਤਿਆਚਾਰ ਪਾਇਆ, ਪਰ ਉਹ ਇਸ ਤੋਂ ਥੋੜਾ ਜਿਹਾ ਵੀ ਪਿੱਛੇ ਨਹੀਂ ਹਟੇ। ਸਾਨੂੰ ਇਹ ਮਹਿਸੂਸ ਕਰਨਾ ਖਤਮ ਕਰਨਾ ਚਾਹੀਦਾ ਹੈ ਕਿ ਅਸੀਂ ਬੇਅੰਤ ਸਮੁੰਦਰ ਉੱਤੇ ਹਾਂ, ਜਾਂ ਜੰਗਲ ਵਿੱਚ ਭਟਕ ਰਹੇ ਹਾਂ, ਜਾਂ ਵੱਡੇ ਮਾਰੂਥਲ ਵਿੱਚ ਬਿਨਾਂ ਕੰਪਾਸ ਦੇ ਚੱਲ ਰਹੇ ਹਾਂ। ਕਰੋਨਾ ਵਾਇਰਸ ਮਹਾਮਾਰੀ ਇਸ ਸਮੇਂ ਪੂਰੀ ਦੁਨੀਆ ਦੀ ਪਰੀਖਿਆ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਤਾਂ ਜੋ ਸਾਡਾ ਵਿਸ਼ਵਾਸ ਹੋਰ ਵੀ ਵੱਧ ਸਕੇ। ਸਵਰਗੀ ਪਿਤਾ ਜੀ ਅਤੇ ਸਵਰਗੀ ਮਾਤਾ ਜੀ ਨੂੰ ਲੱਭਣਾ ਸਵਰਗ ਜਾਣ ਦਾ ਰਾਹ ਲੱਭਣ ਦਾ ਮੂਲ ਹੈ। ਮੈਨੂੰ ਆਸ ਹੈ ਕਿ ਸਿਯੋਨ ਦੇ ਸਾਰੇ ਪਰਿਵਾਰ ਦੇ ਮੈਂਬਰ ਅੰਤ ਤੱਕ ਪਿਤਾ ਅਤੇ ਮਾਤਾ ਜੀ ਦਾ ਪਾਲਣ ਕਰਦੇ ਹੋਏ ਜਿੱਥੇ ਉਹ ਸਾਨੂੰ ਲੈ ਜਾਣਗੇ ਸਵਰਗ ਜਾਵਾਂਗੇ। ਇਸ ਦਿਆਲੂ ਅਤੇ ਆਸ਼ੀਸ਼ਿਤ ਦਿਨ ਉੱਤੇ ਸਿਰਜਣਹਾਰ ਦੀ ਸ਼ਕਤੀ ਨੂੰ ਯਾਦ ਕਰਦੇ ਹੋਏ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਪਿਤਾ ਅਤੇ ਮਾਤਾ ਜੀ ਨੇ ਸਵਰਗ ਅਤੇ ਧਰਤੀ ਅਤੇ ਉਹਨਾਂ ਵਿੱਚ ਸਭ ਕੁਝ ਬਣਾਇਆ ਹੈ। ਇਹ ਆਸ ਕਰਦੇ ਹੋਏ ਕਿ ਸਿਯੋਨ ਦੇ ਸਾਰੇ ਪਰਿਵਾਰਕ ਮੈਂਬਰ ਇਸ ਨੂੰ ਇੱਕ ਵਾਰ ਫਿਰ ਆਪਣੇ ਮਨ ਉੱਤੇ ਉਤਾਰਨਗੇ ਅਤੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨਗੇ। ਮੈਂ ਅੱਜ ਦੇ ਉਪਦੇਸ਼ ਨੂੰ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।